ਪਟਿਆਲੇ ਦੇ ਗੁਰਦੁਆਰਾ ਸਾਹਿਬ ਯਾਨੀ ਕਿ ਦੁੱਖ ਨਿਵਾਰਨ ਸਾਹਿਬ ਦੇ ਨਾਲ ਜੁੜੀ ਹੋਈ ਇੱਕ ਵੱਡੀ ਖਬਰ, ਇੱਕ ਅਹਿਮ ਖਬਰ ਇਹ ਹੈ ਕਿ ਉੱਥੇ 32 ਸਾਲਾ ਪ੍ਰਵਿੰਦਰ ਕੌਰ ਦਾ ਗੋਲੀਆਂ ਮਾਰ ਕੇ ਸ਼ਰੇਆਮ ਕਤਲ ਕਰ ਦਿੱਤਾ ਗਿਆ। ਗੁਰਦੁਆਰੇ ਦੇ ਅੰਦਰ ਸੇਵਾਦਾਰ ਦੇ ਨਜ਼ਦੀਕ ਹੁੰਦੀ ਹੈ ਪ੍ਰਵਿੰਦਰ ਕੌਰ, ਜਦੋਂ ਨਿਰਮਲਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤੇ ਪ੍ਰਵਿੰਦਰ ਕੌਰ ਮੌਕੇ ਤੇ ਹੀ ਉਸ ਦੀ ਮੌਤ ਹੋ ਜਾਂਦੀ ਹੈ। 3 ਗੋਲੀਆਂ 32 ਸਾਲ ਦੀ ਪ੍ਰਵਿੰਦਰ ਕੌਰ ਦੇ ਲੱਗਦੀਆਂ ਨੇ ਤੇ 5 ਰਾਉਂਡ ਫਾਇਰ ਕੀਤੇ ਜਾਂਦੇ ਨੇ, ਜਿਸ ਦੇ ਨਾਲ ਇਹ ਵੀ ਦੱਸਿਆ ਜਾਂਦਾ ਹੈ ਕਿ 2 ਗੋਲੀਆਂ ਸੇਵਾਦਾਰ ਦੇ ਵੀ ਲੱਗੀਆਂ ਨੇ ਤੇ ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਸੇਵਾਦਾਰ। ਤੁਹਾਨੂੰ ਦੱਸ ਦਈਏ ਕਿ ਪੂਰਾ ਮਾਮਲਾ ਕੁਝ ਇਸ ਤਰ੍ਹਾਂ ਸੀ ਕਿ ਮਹਿਲਾ ਪ੍ਰਵਿੰਦਰ ਕੌਰ ਤੇ ਇਲਜ਼ਾਮ ਲੱਗ ਰਹੇ ਸਨ ਕਿ ਸੇਵਾਦਾਰ ਕੋਲ ਬੈਠ ਕੇ ਉਹ ਸ਼ਰਾਬ ਪੀ ਰਹੀ ਸੀ। ਯਾਨੀ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਮਹਿਲਾ ਪ੍ਰਵਿੰਦਰ ਕੌਰ ਜਿਹੜੀ 32 ਸਾਲ ਦੀ ਸੀ, ਉਸ ਉੱਤੇ ਇਲਜ਼ਾਮ ਲੱਗ ਰਹੇ ਨੇ ਕਿ ਸੇਵਾਦਾਰ ਨਜ਼ਦੀਕ ਬੈਠੀ ਸ਼ਰਾਬ ਪੀ ਰਹੀ ਸੀ। ਜਦੋਂ ਮੌਕੇ ਤੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਪ੍ਰਬੰਧਕ ਕਮੇਟੀ ਦੇ ਕਰਮਚਾਰੀਆਂ ਵੱਲੋਂ ਰੋਕਿਆ ਗਿਆ ਤਾਂ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ। ਉਸ ਨੂੰ ਮੈਨੇਜਰ ਦੇ ਕਮਰੇ 'ਚ ਪੁੱਛ ਪੜਤਾਲ ਲਈ ਲਿਜਾਣਾ ਚਾਹਿਆ, ਪਰ ਉਸ ਵੇਲੇ ਹੰਗਾਮਾ ਸ਼ੁਰੂ ਹੋ ਗਿਆ ਤੇ ਮੌਕੇ ਤੇ ਨਿਰਮਲਜੀਤ ਸਿੰਘ ਜਿਹੜਾ ਵਿਅਕਤੀ ਸੀ ਉਸਨੇ ਆਪਣੀ ਲਾਇਸੈਂਸਡ ਰਿਵਾਲਵਰ ਦੇ ਵਿੱਚੋਂ ਫਾਇਰ ਕੀਤੇ। 5 ਰਾਉਂਡ ਫਾਇਰ ਹੋਏ ਤੇ 3 ਗੋਲੀਆਂ ਪ੍ਰਵਿੰਦਰ ਕੌਰ ਦੇ ਲੱਗੀਆਂ, ਜਿਸ ਤੋਂ ਬਾਅਦ ਮੌਕੇ ਤੇ ਹੀ ਪ੍ਰਵਿੰਦਰ ਕੌਰ ਦੀ ਮੌਤ ਹੋ ਗਈ। ਇਹ ਹਾਦਸਾ ਜਿਹੜਾ ਬੀਤੀ ਰਾਤ ਹੋਇਆ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਜਿਹੜੇ ਪਟਿਆਲੇ ਦੇ ਵਿੱਚ ਨੇ, ਉੱਥੇ ਇਹ ਹਾਦਸਾ ਹੋਇਆ ਜਿੱਥੇ ਦੇਰ ਰਾਤ ਗੋਲੀਆਂ ਚੱਲੀਆਂ ਤੇ ਇੱਕ ਮਹਿਲਾ ਜਿਸ ਉੱਤੇ ਸ਼ਰਾਬ ਪੀਣ ਦੇ ਇਲਜ਼ਾਮ ਨੇ ਗੁਰਦੁਆਰਾ ਸਾਹਿਬ ਦੇ ਵਿੱਚ, ਉਹਦੀ ਮੌਤ ਹੋ ਜਾਂਦੀ ਹੈ। ਬੇਅਦਬੀ ਦੇ ਇਲਜ਼ਾਮ ਲਾਉਂਦੇ ਹੋਏ ਇਸ ਕਤਲ ਨੂੰ ਅੰਜਾਮ ਦਿੱਤਾ ਗਿਆ। ਬੇਅਦਬੀ ਦੇ ਇਲਜ਼ਾਮ ਲੱਗੇ ਮਹਿਲਾ ਪ੍ਰਵਿੰਦਰ ਕੌਰ ਉੱਤੇ ਤੇ ਨਿਰਮਲਜੀਤ ਸਿੰਘ ਨਾਮਕ ਵਿਅਕਤੀ ਵੱਲੋਂ ਆਪਣੇ ਲਾਇਸੈਂਸੀ ਰਿਵਾਲਵਰ ਵਿੱਚੋਂ 5 ਰਾਉਂਡ ਫਾਇਰ ਕਰ ਦਿੱਤੇ ਜਾਂਦੇ ਨੇ ਤੇ ਇਸ ਮਹਿਲਾ ਦੇ ਉਹ ਗੋਲੀਆਂ ਲੱਗਦੀਆਂ ਨੇ। 3 ਗੋਲੀਆਂ ਲੱਗਣ ਤੋਂ ਬਾਅਦ ਮਹਿਲਾ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ, ਜਦਕਿ 2 ਗੋਲੀਆਂ ਜਿਹੜੀਆਂ ਕਥਿਤ ਤੌਰ ਤੇ ਸੇਵਾਦਾਰ ਨੂੰ ਵੀ ਲੱਗਦੀਆਂ ਨੇ, ਜਿਸ ਤੋਂ ਬਾਅਦ ਗੰਭੀਰ ਜ਼ਖਮੀ ਦੱਸਿਆ ਜਾ ਰਿਹਾ ਹੁੰਦਾ ਸੇਵਾਦਾਰ। ਇਸ ਪੂਰੇ ਮਾਮਲੇ ਨੂੰ ਲੈ ਕੇ ਪਹਿਲਾਂ ਹੀ ਹੰਗਾਮਾ ਮਚ ਜਾਂਦਾ ਹੈ ਕਥਿਤ ਤੌਰ ਤੇ, ਕਿਉਂਕਿ ਜਦੋਂ ਰੋਕਣ ਟੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਹੱਲਾ ਮਚਾ ਦਿੱਤਾ ਜਾਂਦਾ ਤੇ ਮੌਕੇ ਤੇ ਹੀ ਪ੍ਰਵਿੰਦਰ ਕੌਰ ਨੂੰ ਮੈਨੇਜਰ ਦੇ ਕਮਰੇ ਦੇ ਵਿੱਚ ਲਿਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪੁੱਛ ਪੜਤਾਲ ਵਾਸਤੇ। ਉਦੋਂ ਵੀ ਹੱਲਾ ਮਚ ਜਾਂਦਾ ਤੇ ਉਸ ਤੋਂ ਬਾਅਦ ਨਿਰਮਲਜੀਤ ਵਿਅਕਤੀ ਜਿਹੜਾ ਉੱਥੇ ਹੁੰਦਾ ਉਸ ਵੱਲੋਂ ਫਾਇਰ ਕਰ ਦਿੱਤੇ ਜਾਂਦੇ ਨੇ। ਆਪਣੇ ਲਾਇਸੈਂਸਡ ਰਿਵਾਲਵਰ ਦੇ ਵਿੱਚੋਂ ਫਾਇਰ ਹੁੰਦੇ ਨੇ। 5 ਰਾਉਂਡ ਫਾਇਰ ਤੋਂ ਬਾਅਦ 3 ਗੋਲੀਆਂ ਲੱਗਣ ਤੋਂ ਬਾਅਦ ਪ੍ਰਵਿੰਦਰ ਕੌਰ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ। ਔਰ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਜਦੋਂ ਮੌਕੇ ਤੇ ਪਹੁੰਚਦੀ ਹੈ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਿਰਮਲਜੀਤ ਤੇ ਸਾਫ਼ ਤੌਰ ਤੇ ਕਹਿ ਦਿੱਤਾ ਜਾਂਦਾ ਹੈ ਕਿ ਉਸ ਵੱਲੋਂ ਇਹ ਤਾਂ ਕਰਕੇ ਗੋਲੀਆਂ ਚਲਾਈਆਂ ਗਈਆਂ ਨੇ ਕਿਉਂਕਿ ਬੇਅਦਬੀ ਕੀਤੀ ਜਾ ਰਹੀ ਸੀ। ਸੂਤਰਾਂ ਮੁਤਾਬਕ ਆਪਣੇ ਆਪ ਨੂੰ ਸਰੈਂਡਰ ਕੀਤਾ ਗਿਆ, ਨਿਰਮਲਜੀਤ ਵੱਲੋਂ ਸਰੈਂਡਰ ਕਰ ਦਿੱਤਾ ਗਿਆ ਪੁਲਿਸ ਦੇ ਸਾਹਮਣੇ। ਗੋਲੀਆਂ ਚਲਾਉਣ ਤੋਂ ਬਾਅਦ ਪ੍ਰਵਿੰਦਰ ਕੌਰ ਦਾ ਕਤਲ ਕਰਨ ਤੋਂ ਬਾਅਦ ਸਰੈਂਡਰ ਕਰ ਦਿੱਤਾ ਗਿਆ ਪੁਲਿਸ ਦੇ ਸਾਹਮਣੇ। ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚਦੇ ਨੇ ਅਤੇ ਮੌਕੇ ਤੇ ਜਾ ਕੇ ਸਰੈਂਡਰ ਹੋਣ ਤੋਂ ਬਾਅਦ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਨਿਰਮਲਜੀਤ ਸਿੰਘ। ਇਲਜ਼ਾਮ ਵੱਡੇ ਲਗਾਏ ਜਾ ਰਹੇ ਨੇ ਕਿਉਂਕਿ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਰੇਆਮ ਸ਼ਰਾਬ ਪੀ ਰਹੀ ਹੋਵੇ ਕੋਈ ਮਹਿਲਾ ਤੇ ਉਸ ਨੂੰ ਜਦੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਹੱਲਾ ਮਚਦਾ, ਹੱਲੇ ਦੇ ਵਿੱਚ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹੁਣ ਕਸੂਰਵਾਰ ਕੌਣ ਹੈ, ਕਿਸ ਉੱਤੇ ਇਲਜ਼ਾਮ ਨੇ? ਹਾਲਾਂਕਿ ਪੁਲਿਸ ਨੇ ਜ਼ਰੂਰ ਗ੍ਰਿਫਤਾਰ ਕੀਤਾ ਹੈ। ਗੋਲੀਆਂ ਚਲਾ ਕੇ ਕਤਲ ਕਰਨ ਦੇ ਮਾਮਲੇ ਦੇ ਵਿੱਚ ਨਿਰਮਲਜੀਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਦੂਜੇ ਪਾਸੇ ਮਹਿਲਾ ਦੀ ਮੌਤ ਹੋ ਗਈ ਹੈ, ਮਹਿਲਾ ਦਾ ਕਤਲ ਕਰ ਦਿੱਤਾ ਗਿਆ। ਯਾਨੀ ਕਿ 3 ਗੋਲੀਆਂ ਜਿਹੜੀਆਂ ਮਹਿਲਾ ਨੂੰ ਲੱਗੀਆਂ ਨੇ ਉਸ ਤੇ ਮੌਕੇ ਤੇ ਹੀ ਮਹਿਲਾ ਦੀ ਮੌਤ ਹੋ ਗਈ, ਉਸ ਦਾ ਕਤਲ ਕਰ ਦਿੱਤਾ ਗਿਆ। ਤੇ ਨਾਲ ਹੀ ਗੋਲੀਆਂ ਚਲਾਉਣ ਤੋਂ ਬਾਅਦ ਜਦੋਂ ਪੁਲਿਸ ਉੱਥੇ ਪਹੁੰਚਦੀ ਹੈ ਕਤਲ ਕਰਨ ਤੋਂ ਬਾਅਦ ਹਮਲਾਵਰ ਵੱਲੋਂ ਸਰੈਂਡਰ ਕਰ ਦਿੱਤਾ ਗਿਆ। ਯਾਨੀ ਕਿ ਸਰੈਂਡਰ ਕਰਕੇ ਗ੍ਰਿਫਤਾਰੀ ਜਿਹੜੀ ਆਪਣੀ ਦੇ ਦਿੱਤੀ ਜਾਂਦੀ ਹੈ। ਬੇਅਦਬੀ ਦੇ ਇਲਜ਼ਾਮ ਲੱਗਦੇ ਨੇ। ਹੁਣ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਨੂੰ ਘੋਖਣ ਦੀ ਕੋਸ਼ਿਸ਼ ਕੀਤੀ ਜਾਵੇਗੀ ਕਿ ਆਖਿਰ ਇਸ ਦੇ ਪਿੱਛੇ ਹੈ ਕੀ ਇਹ ਅਸਲ ਵਿੱਚ ਬੇਅਦਬੀ ਦਾ ਮਾਮਲਾ ਜਾਂ ਫਿਰ ਮਾਮਲਾ ਕੁਝ ਹੋਰ ਹੈ, ਕਿਉਂਕਿ ਜ਼ਖਮੀ ਤਾਂ ਸੇਵਾਦਾਰ ਵੀ ਹੋਇਆ, ਇੱਕ ਸੇਵਾਦਾਰ ਜ਼ਖਮੀ ਹੋਇਆ, ਗੰਭੀਰ ਰੂਪ ਨਾਲ ਜ਼ਖਮੀ ਦੱਸਿਆ ਜਾ ਰਿਹਾ ਤੇ ਇਹ ਔਰਤ ਕੌਣ ਸੀ? ਇਸ ਔਰਤ ਵੱਲੋਂ ਇਹੋ ਜਿਹਾ ਜੋ ਕਿਹਾ ਜਾ ਰਿਹਾ ਕਿ ਸ਼ਰਾਬ ਪੀ ਰਹੀ ਸੀ, ਇਸ ਔਰਤ ਵੱਲੋਂ ਕਿਉਂ ਕੀਤਾ ਗਿਆ ਔਰ ਗੁਰਦੁਆਰਾ ਸਾਹਿਬ ਦੇ ਅੰਦਰ ਹੀ ਕਿਉਂ ਕੀਤਾ ਗਿਆ, ਇਸ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ। ਔਰ ਹਮਲਾਵਰ ਨਿਰਮਲਜੀਤ ਕੌਣ ਸੀ? ਉਸਨੇ ਕਿਉਂ ਗੋਲੀਆਂ ਚਲਾਈਆਂ? ਕੀ ਇਸੇ ਵਾਸਤੇ ਕਿ ਔਰਤ ਸ਼ਰਾਬ ਪੀ ਰਹੀ ਸੀ ਗੁਰਦੁਆਰਾ ਸਾਹਿਬ ਅੰਦਰ, ਇਸ ਕਰਕੇ ਗੋਲੀਆਂ ਚਲਾਈਆਂ ਗਈਆਂ ਜਾਂ ਫਿਰ ਕਾਰਨ ਕੁਝ ਹੋਰ ਸੀ? ਇਸ ਮਾਮਲੇ ਨੂੰ ਹੁਣ ਘੋਖਿਆ ਜਾਵੇਗਾ ਤੇ ਇਸ ਮਾਮਲੇ ਦੀ ਜਾਂਚ ਜਿਹੜੀ ਆ ਉਹ ਕੀਤੀ ਜਾਵੇਗੀ। ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹਮਲਾਵਰ ਤੇ ਇਸ ਤੋਂ ਬਾਅਦ ਵੇਖਣਾ ਹੋਵੇਗਾ ਕਿ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਅਮਲ 'ਚ ਲਿਆਂਦੀ ਜਾਂਦੀ ਹੈ, ਕਿਉਂਕਿ ਦੂਜੇ ਪਾਸੇ ਜਿਹੜੀ ਔਰਤ ਦੱਸੀ ਜਾ ਰਹੀ ਹੈ ਬੇਅਦਬੀ ਕਰਨ ਵਾਲੀ 32 ਸਾਲਾਂ ਦੀ, ਉਸ ਦਾ ਕਤਲ ਕਰ ਦਿੱਤਾ ਗਿਆ। 3 ਗੋਲੀਆਂ ਉਹਦੇ ਲੱਗੀਆਂ ਨੇ, ਮੌਕੇ ਤੇ ਉਸ ਦੀ ਮੌਤ ਹੋ ਗਈ। ਲਾਇਸੈਂਸਡ ਰਿਵਾਲਵਰ ਵਿੱਚੋਂ ਹਮਲਾ ਕੀਤਾ ਗਿਆ, ਗੋਲੀਆਂ ਚਲਾਈਆਂ ਗਈਆਂ। 2 ਗੋਲੀਆਂ ਕਥਿਤ ਤੌਰ ਤੇ ਸੇਵਾਦਾਰ ਦੇ ਵੀ ਲੱਗੀਆਂ ਨੇ ਜਿਹੜਾ ਜ਼ਖਮੀ ਦੱਸਿਆ ਜਾ ਰਿਹਾ। ਹੁਣ ਇਸ ਤੋਂ ਬਾਅਦ ਪੁਲਿਸ ਕਿਸ ਤਰ੍ਹਾਂ ਦੀ ਕਾਰਵਾਈ ਕਰਦੀ ਹੈ ਵੇਖਣਾ ਹੋਵੇਗਾ। ਜੋ ਕੁਝ ਸਾਹਮਣੇ ਆਵੇਗਾ ਤੁਹਾਨੂੰ ਦੱਸਦੇ ਰਵਾਂਗੇ। ਕੱਲ ਰਾਤ ਅਰਾਊਂਡ 9:30 ਵਜੇ ਇੱਕ ਬੜੀ ਮੰਦਭਾਗੀ ਘਟਨਾ ਜਿਹੜੀ ਵਾਪਰੀ, ਉਹਦਾ ਵੇਰਵਾ ਦੇਣ ਲਈ ਅੱਜ ਇੱਕ ਪ੍ਰੈਸ ਕਾਨਫਰੰਸ ਰੱਖੀ ਗਈ ਹੈ। ਪ੍ਰਵਿੰਦਰ ਕੌਰ ਨਾਮ ਦੀ 35 ਤੋਂ 40 ਸਾਲ ਦੀ ਦਰਮਿਆਨ ਉਮਰ ਦੀ ਜਨਾਨੀ ਦੁੱਖ ਨਿਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਸਰੋਵਰ ਕੋਲੇ
ਬਹਿ ਕੇ ਉੱਥੇ ਸ਼ਰਾਬ ਦਾ ਸੇਵਨ ਕਰ ਰਹੀ ਸੀ। ਜਿਹੜੀ ਛੋਟੀ ਸ਼ਰਾਬ ਦੀ ਕੁਆਟਰ ਬੋਤਲ ਹੁੰਦੀ ਆ, ਉਹਦੇ ਰਾਹੀਂ ਸ਼ਰਾਬ ਦਾ ਸੇਵਨ ਕਰ ਰਹੀ ਸੀ। ਜਦੋਂ ਮਹਿਲਾ ਸ਼ਰਧਾਲੂਆਂ ਨੇ ਤੇ ਹੋਰ ਵੇਖਿਆ ਕਿ ਇਹ ਗੁਰਦੁਆਰਾ ਸਾਹਿਬ ਦੇ ਸਰੋਵਰ ਦੇ ਕੋਲੇ ਸ਼ਰਾਬ ਦਾ ਸੇਵਨ ਕਰ ਰਹੀ ਹੈ, ਤੇ ਇਸ ਗਲਤ ਕੰਮ ਤੋਂ ਰੋਕਣ ਲਈ ਉਸ ਜਨਾਨੀ ਨੂੰ ਮਹਿਲਾ ਸ਼ਰਧਾਲੂਆਂ ਨੇ ਤੇ ਹੋਰ ਸ਼ਰਧਾਲੂਆਂ ਨੇ ਲੈ ਕੇ ਜਿਹੜੇ ਗੁਰਦੁਆਰਾ ਸਾਹਿਬ ਦੇ ਮੈਨੇਜਰ ਨੇ ਉਹਨਾਂ ਕੋਲੇ, ਜਿਵੇਂ ਕੋਈ ਵੀ ਸ਼ੱਕੀ ਬੰਦਾ ਹੁੰਦਾ ਆ, ਸ਼ੱਕੀ ਜਨਾਨੀ ਹੁੰਦੀ ਹੈ, ਉਹਨੂੰ ਮੈਨੇਜਰ ਦੇ ਕੋਲੇ ਹੀ ਲੈ ਕੇ ਜਾਇਆ ਜਾਂਦਾ ਹੈ। ਜਦੋਂ ਸੰਗਤਾਂ ਇਸ ਜਨਾਨੀ ਨੂੰ ਮੈਨੇਜਰ ਦੇ ਕਮਰੇ ਦੇ ਕੋਲੇ ਲੈ ਕੇ ਪਹੁੰਚੀਆਂ ਤੇ ਉੱਥੇ ਨਿਰਮਲਜੀਤ ਸਿੰਘ ਸੈਣੀ ਨਾਮ ਦੇ ਇੱਕ ਵਿਅਕਤੀ ਨੇ ਆਪਣੇ ਲਾਇਸੈਂਸੀ ਰਿਵਾਲਵਰ ਨਾਲ 5 ਗੋਲੀਆਂ ਜਿਹੜੀਆਂ ਨੇ ਚਲਾਈਆਂ। ਉਹਨਾਂ ਚੋਂ 3 ਤੋਂ 4 ਗੋਲੀਆਂ ਇਸ ਜਨਾਨੀ ਨੂੰ ਲੱਗੀਆਂ, ਜਿਹਦੀ ਮੌਕੇ ਤੇ ਮੌਤ ਹੋ ਗਈ। ਇੱਕ ਗੋਲੀ ਜਿਹੜੀ ਆ ਉਹ ਸਾਗਰ ਨਾਮ ਦੇ ਉੱਥੇ ਮੌਜੂਦ ਇੱਕ ਹੋਰ ਵਿਅਕਤੀ ਨੂੰ ਵੀ ਲੱਗੀ, ਜਿਹੜਾ ਰਜਿੰਦਰਾ ਹਸਪੀਟਲ ਪਟਿਆਲਾ 'ਚ ਖਤਰੇ ਤੋਂ ਬਾਹਰ ਆ ਤੇ ਜੀਰੇ ਇਲਾਜ। ਪਟਿਆਲਾ ਪੁਲਿਸ ਨੇ ਬੜੀ ਸਵਿਫਟ ਐਕਸ਼ਨ ਲੈਂਦੇ ਹੋਏ ਜਿਹੜਾ ਨਿਰਮਲਜੀਤ ਜੀ ਨੇ ਗੋਲੀਆਂ ਚਲਾ ਕੇ ਉਸ ਜਨਾਨੀ ਦਾ ਕਤਲ ਕੀਤਾ, ਉਹਨੂੰ ਅਰੈਸਟ ਕਰ ਲਿਆ ਆ ਤੇ ਜਿਹੜਾ ਵੈਪਨ ਯੂਜ਼ ਕੀਤਾ ਗਿਆ ਸੀ ਉਹ ਵੀ ਬਰਾਮਦ ਹੋ ਗਿਆ ਹੈ। ਜਿਹੜੀ ਇਹ ਜਨਾਨੀ ਆ, ਇਹਦਾ ਅਸੀਂ ਜਦੋਂ ਇਨਵੈਸਟੀਗੇਸ਼ਨ ਕੀਤੀ ਤੇ ਆਧਾਰ ਕਾਰਡ ਤੇ ਜਿਹੜਾ ਇਹਦਾ ਐਡਰੈਸ ਆ ਉਹ ਇੱਕ ਪੀਜੀ ਦਾ ਐਡਰੈਸ ਆ, ਜਿੱਥੇ ਹੁਣੇ ਰਹਿ ਨਹੀਂ ਰਹੀ ਹੈ, ਪਿਛਲੇ 2-3 ਸਾਲਾਂ ਤੋਂ ਉੱਥੋਂ ਮੂਵ ਕਰ ਗਈ ਸੀ। ਇਹਦਾ ਹੁਣ ਤੱਕ ਕੋਈ ਪਰਿਵਾਰ ਜਾਂ ਕੋਈ ਵਾਰਿਸ ਵਗੈਰਾ ਸਾਹਮਣੇ ਨਹੀਂ ਆਇਆ ਹੈ। ਅਸੀਂ ਇਹਦੇ CDR ਵਗੈਰਾ ਤੇ ਮੋਬਾਈਲ ਫੋਰੈਂਸਿਕ ਵਗੈਰਾ ਕਢਾ ਕੇ ਹੋਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰ ਰਹੇ ਹਾਂ। ਪਰ ਇੱਕ ਗੱਲ ਜਿਹੜੀ ਸਾਹਮਣੇ ਆਈ ਆ, ਸਾਨੂੰ ਇੱਕ ਨਸ਼ਾ ਛੁਡਾਊ ਕੇਂਦਰ ਜਿਹੜਾ ਆ ਆਦਰਸ਼ ਹਸਪੀਟਲ ਫੈਕਟਰੀ ਏਰੀਆ ਪਟਿਆਲੇ 'ਚ ਇੱਕ ਡੀ ਐਡਿਕਸ਼ਨ ਸੈਂਟਰ ਆ, ਉੱਥੇ ਦੀ ਸਾਨੂੰ ਇੱਕ ਪਰਚੀ ਮਿਲੀ। ਜਦੋਂ ਉੱਥੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਸਾਨੂੰ ਵੈਰੀਫਾਈ ਹੋਇਆ ਆ ਕਿ ਇਸ ਜਨਾਨੀ ਨੂੰ ਐਲਕੋਹਲ ਐਡਿਕਸ਼ਨ ਸੀਗੀ। ਅਸੀਂ ਉਹਦਾ ਟ੍ਰੀਟਮੈਂਟ ਰਿਕਾਰਡ ਜਿਹੜਾ ਉੱਥੋਂ ਕਢਾਇਆ ਆ ਤੇ ਸ਼ੀ ਵਾਜ਼ ਅੰਡਰ ਦੀ ਐਡਿਕਸ਼ਨ ਆਫ ਐਲਕੋਹਲ, ਤੇ ਡਾਕਟਰ ਨੇ ਹੋਰ ਵੀ ਉਹਦੇ ਬਾਰੇ ਲਿਖਿਆ ਆ ਕਿ ਕਿਵੇਂ ਇਹ ਮੂਡ ਸਵਿੰਗਸ ਹੁੰਦੇ ਸੀ ਇਹਨੂੰ, ਜਾਂ ਡਿਪਰੈਸ਼ਨ 'ਚ ਸੀਗੀ, ਜਾਂ ਨੈਗੇਟਿਵ ਥਾਟਸ ਆਉਂਦੇ ਆ। ਤੇ ਇਹਦੀ ਹੋਰ ਡੂੰਘਾਈ ਨਾਲ ਤਫਤੀਸ਼ ਕਰਾਂਗੇ ਤੇ ਜ਼ਾਬਤੇ ਅਨੁਸਾਰ ਕਾਰਵਾਈ ਜਿਹੜੀ ਆ ਉਹ ਅਮਲ 'ਚ ਲਿਆਵਾਂਗੇ। Subscribe to One India channel and never miss an update.